ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਚਲੋ ਇੱਕ ਕਲਾਸਰੂਮ ਦੀ ਤਸਵੀਰ ਆਪਣੇ ਦਿਮਾਗ 'ਚ ਲਾਈਏ। ਇੱਕ ਪਾਸੇ ਬੱਚੇ ਚੁੱਪਚਾਪ ਬੈਠੇ ਫਾਰਮੂਲੇ ਰੱਟ ਰਹੇ ਨੇ ਤੇ ਦੂਜੇ ਪਾਸੇ ਉਹੀ ਬੱਚੇ ਉਤਸ਼ਾਹ ਨਾਲ ਭਰੇ ਸਵਾਲ ਪੁੱਛ ਰਹੇ ਨੇ, ਖੁਦ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਸਿੱਖਿਆ ਹੋਣ ਦੇ ਨਾਤੇ ਸਾਡੀ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਆਪਾਂ ਸਿਰਫ ਜਾਣਕਾਰੀ ਦੇਣੀ ਹੈ ਜਾਂ ਫਿਰ ਗਿਆਨ ਦੀ ਖੋਜ ਕਰਨ ਦਾ ਹੁਨਰ ਸਿਖਾਉਣਾ ਹੈ। ਅੱਜ ਆਪਾਂ ਇੱਕ ਸਿੱਖਿਅਕ ਦੀ ਟੂਲ ਕਿਟ ਯਾਨੀ ਐਜੂਕੇਟਰਸ ਟੂਲ ਕਿਟ ਨੂੰ ਖੋਲਾਂਗੇ ਅਤੇ ਵਿਗਿਆਨ ਪੜਾਉਣ ਦੇ ਉਹਨਾਂ ਔਜ਼ਾਰਾਂ ਨੂੰ ਸਮਝਾਂਗੇ ਜੋ ਅਸਲ ਸਿੱਖਿਆ ਨੂੰ ਜਨਮ ਦਿੰਦੇ ਨੇ। ਇਹ ਸਵਾਲ ਹੈ ਨਾ ਸਿਰਫ ਇੱਕ ਸਵਾਲ ਨਹੀਂ, ਬਲਕਿ ਹਰ ਸਿੱਖਣ ਵਾਲੇ ਦਾ ਆਪਣਾ ਤਜਰਬਾ ਹੈ। ਕਦੇ ਸੋਚਿਆ ਬਚਪਨ ਵਿੱਚ ਖੁਦ ਲੱਭੀ ਹੋਈ ਕੋਈ ਗੱਲ ਅੱਜ ਵੀ ਯਾਦ ਹੈ, ਪਰ ਇਮਤਿਹਾਨ ਲਈ ਰੱਟਿਆ ਹੋਇਆ ਫਾਰਮੂਲਾ ਸ਼ਾਇਦ ਅਗਲੇ ਹੀ ਦਿਨ ਦਿਮਾਗ 'ਚੋਂ ਨਿਕਲ ਗਿਆ ਸੀ। ਬਸ ਇਹ ਫਰਕ ਵਿਗਿਆਨ ਦੀ ਸਿੱਖਿਆ ਦੀ ਆਤਮਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਕੀ ਪੜ੍ਹਾਇਆ ਜਾ ਰਿਹਾ ਹੈ, ਉਸ ਤੋਂ ਕਿਤੇ ਵੱਧ ਜ਼ਰੂਰੀ ਇਹ ਹੈ ਕਿ ਕਿਵੇਂ ਪੜ੍ਹਾਇਆ ਜਾ ਰਿਹਾ ਹੈ। ਤੇ ਇਹੀ ਤਾਂ ਵਿਗਿਆਨ ਪੜ੍ਹਾਉਣ ਦੀ ਅਸਲ ਚੁਣੌਤੀ ਹੈ। ਜਿਵੇਂ ਕਿ ਸਾਡਾ ਰਾਸ਼ਟਰੀ ਪਾਠਕ੍ਰਮ ਫਰੇਮਵਰਕ 2005 ਯਾਨੀ NCF 2005 ਬਿਲਕੁਲ ਸਾਫ਼ ਕਹਿੰਦਾ ਹੈ, ਸਾਡਾ ਮਕਸਦ ਬੱਚਿਆਂ ਦੇ ਦਿਮਾਗ ਨੂੰ ਤੱਥਾਂ ਨਾਲ ਭਰਨਾ ਨਹੀਂ, ਬਲਕਿ ਉਹਨਾਂ ਵਿੱਚ ਵਿਗਿਆਨਿਕ ਸੁਭਾਅ ਪੈਦਾ ਕਰਨਾ ਹੈ, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਸਾਇੰਟੀਫਿਕ ਟੈਂਪਰਾਮੈਂਟ, ਯਾਨੀ ਉਹਨਾਂ ਵਿੱਚ ਸਵਾਲ ਪੁੱਛਣ, ਤਰਕ ਕਰਨ ਅਤੇ ਸਬੂਤ ਦੇ ਆਧਾਰ ਤੇ ਸੋਚਣ ਦੀ ਆਦਤ ਪਾਉਣੀ। ਤਾਂ ਚਲੋ ਅੱਜ ਦੇ ਇਸ ਸਫ਼ਰ ਦੇ ਨਕਸ਼ੇ ਤੇ ਇੱਕ ਨਜ਼ਰ ਮਾਰੀਏ। ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਕਿ ਕਿਵੇਂ ਪੜ੍ਹਾਉਣਾ ਇੰਨਾ ਜ਼ਰੂਰੀ ਕਿਉਂ ਹੈ। ਫਿਰ ਆਪਾਂ ਪੜ੍ਹਾਉਣ ਦੇ ਦੋ ਮੁੱਖ ਫਲਸਫਿਆਂ ਬਾਰੇ ਜਾਣਾਂਗੇ। ਉਸ ਤੋਂ ਬਾਅਦ ਆਪਾਂ ਗਾਈਡਡ ਅਤੇ ਡਿਸਕਵਰੀ ਮੈਥਡਸ ਦੀ ਡੂੰਘਾਈ ਵਿੱਚ ਜਾਵਾਂਗੇ। ਫਿਰ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ, ਇਸ ਦੀ ਤਲਾਸ਼ ਕਰਾਂਗੇ ਅਤੇ ਅਖੀਰ ਵਿੱਚ ਭਵਿੱਖ ਦੀ ਸਿੱਖਿਆ ਤੇ ਇੱਕ ਛਾਤ ਪਾਵਾਂਗੇ। ਚਲੋ ਫਿਰ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹਾਂ। ਆਓ ਇਹ ਸਮਝੀਏ ਕਿ ਪੜ੍ਹਾਉਣ ਦਾ ਢੰਗ ਸਿੱਖਣ ਦੇ ਨਤੀਜੇ ਨੂੰ ਕਿਵੇਂ ਜ਼ਮੀਨ ਆਸਮਾਨ ਦਾ ਫਰਕ ਪਾ ਸਕਦਾ ਹੈ। ਪੜ੍ਹਾਉਣ ਦੇ ਜਿੰਨੇ ਵੀ ਤਰੀਕੇ ਨੇ ਨਾ, ਉਹਨਾਂ ਨੂੰ ਸਮਝਣ ਲਈ ਸਾਨੂੰ ਪਹਿਲਾਂ ਇਹ ਜਾਣਨਾ ਪਵੇਗਾ ਕਿ ਇਹ ਸਾਰੇ ਤਰੀਕੇ ਦੋ ਬੁਨਿਆਦੀ ਫਲਸਫਿਆਂ ਜਾਂ ਕਹਿ ਲਓ ਦੋ ਬਲੂਪ੍ਰਿੰਟਸ ਤੇ ਟਿਕੇ ਹੋਏ ਨੇ। ਹਰ ਵਿਧੀ ਵੀ ਨਹੀਂ, ਇਹੀ ਦੋ ਵਿਚਾਰਧਾਰਾਵਾਂ ਹਨ। ਵਿਦਿਆਰਥੀਓ, ਜੇਕਰ ਤੁਹਾਨੂੰ ਸਾਡੀਆਂ ਇਹ ਕਲਾਸਾਂ ਪਸੰਦ ਆ ਰਹੀਆਂ ਹਨ ਤਾਂ ਯਕੀਨ ਮੰਨੋ ਤੁਹਾਨੂੰ ਸਾਡੀ ਮੌਕ ਟੈਸਟ ਸੀਰੀਜ਼ ਵੀ ਬਹੁਤ ਪਸੰਦ ਆਵੇਗੀ। ਇਸ ਦੇ ਕੁਝ ਸੈਂਪਲ ਦੇਖਣ ਲਈ ਸਾਡੇ ਟੈਲੀਗ੍ਰਾਮ ਚੈਨਲ ਤੇ ਜਾਓ, ਜਿਸ ਦਾ ਲਿੰਕ ਤੁਹਾਨੂੰ ਹੇਠਾਂ ਡਿਸਕ੍ਰਿਪਸ਼ਨ ਅਤੇ ਪਿਨ ਕੀਤੇ ਕਮੈਂਟ ਸੈਕਸ਼ਨ ਵਿੱਚ ਮਿਲ ਜਾਵੇਗਾ। ਇਹਨਾਂ ਦੋਵਾਂ ਦਾ ਫਰਕ ਸਮਝਣਾ ਇਮਤਿਹਾਨ ਲਈ ਬਹੁਤ ਹੀ ਜ਼ਰੂਰੀ ਹੈ। ਪਹਿਲੀ ਪਹੁੰਚ ਹੈ ਅਧਿਆਪਕ ਕੇਂਦਰਤ, ਇੰਗਲਿਸ਼ ਵਿੱਚ ਜਿਸ ਨੂੰ ਆਪਾਂ ਟੀਚਰ ਸੈਂਟਰਡ ਕਹਿੰਦੇ ਹਾਂ। ਇਸ ਵਿੱਚ ਟੀਚਰ ਗਿਆਨ ਦਾ ਕੇਂਦਰ ਹੈ ਤੇ ਬੱਚਾ ਇੱਕ ਖਾਲੀ ਭਾਂਡਾ ਜਿਸ ਨੂੰ ਭਰਿਆ ਜਾਣਾ ਹੈ। ਇਸੇ ਕਰਕੇ ਇਸ ਨੂੰ ਬੈਂਕਿੰਗ ਮਾਡਲ ਵੀ ਕਹਿੰਦੇ ਨੇ, ਜਿਵੇਂ ਗਿਆਨ ਨੂੰ ਬੱਚੇ ਦੇ ਦਿਮਾਗ ਰੂਪੀ ਬੈਂਕ ਖਾਤੇ ਵਿੱਚ ਜਮ੍ਹਾਂ ਕੀਤਾ ਜਾ ਰਿਹਾ ਹੋਵੇ। ਦੂਜੇ ਪਾਸੇ ਜੋ ਅੱਜ ਦੀ ਸਿੱਖਿਆ ਦੀ ਨੀਂਹ ਹੈ, ਉਹ ਹੈ ਬਾਲ ਕੇਂਦਰਿਤ ਪਹੁੰਚ ਯਾਨੀ ਚਾਈਲਡ ਸੈਂਟਰਡ ਅਪਰੋਚ। ਇੱਥੇ ਬੱਚਾ ਖੁਦ ਆਪਣੇ ਗਿਆਨ ਦੀ ਉਸਾਰੀ ਕਰਦਾ ਹੈ ਤੇ ਟੀਚਰ ਸਿਰਫ ਇੱਕ ਮਾਰਗਦਰਸ਼ਕ ਯਾਨੀ ਫੈਸਿਲਿਟੇਟਰ ਦੀ ਭੂਮਿਕਾ ਨਿਭਾਉਂਦਾ ਹੈ। ਇਹ ਸਿਧਾਂਤ ਰਚਨਾਵਾਦ ਤੇ ਆਧਾਰਿਤ ਹੈ, ਜਿਸ ਨੂੰ ਇੰਗਲਿਸ਼ ਵਿੱਚ ਕੰਸਟਰਕਟਿਵਿਜ਼ਮ ਕਹਿੰਦੇ ਨੇ, ਜਿਸ ਦਾ ਮਤਲਬ ਹੀ ਹੈ ਗਿਆਨ ਦੀ ਰਚਨਾ ਕਰਨਾ। ਚਲੋ ਫਿਰ ਆਪਣੀ ਟੂਲ ਕਿਟ ਖੋਲਦੇ ਤੇ ਸਭ ਤੋਂ ਪਹਿਲੀ ਕਿਸਮ ਦੇ ਔਜ਼ਾਰ ਦੇਖਦੇ ਹਾਂ। ਇਹ ਉਹ ਵਿਧੀਆਂ ਨੇ ਜਿੱਥੇ ਅਧਿਆਪਕ ਇੱਕ ਗਾਈਡ ਜਾਂ ਪ੍ਰਦਰਸ਼ਕ ਦੀ ਭੂਮਿਕਾ ਵਿੱਚ ਹੁੰਦਾ ਹੈ ਤੇ ਸਿੱਖਣ ਦੀ ਪੂਰੀ ਪ੍ਰਕਿਰਿਆ ਨੂੰ ਸਿੱਧਾ ਕੰਟਰੋਲ ਕਰਦਾ ਹੈ। ਇਸ ਕੈਟੇਗਰੀ ਵਿੱਚ ਸਭ ਤੋਂ ਆਮ ਵਿਧੀ ਹੈ ਲੈਕਚਰ ਕਮ ਪ੍ਰਦਰਸ਼ਨ ਵਿਧੀ, ਜਿਸ ਨੂੰ ਇੰਗਲਿਸ਼ ਵਿੱਚ ਲੈਕਚਰ ਕਮ ਡੈਮੋਨਸਟ੍ਰੇਸ਼ਨ ਮੈਥਡ ਕਿਹਾ ਜਾਂਦਾ ਹੈ। ਇਹ ਉਹ ਤਰੀਕਾ ਹੈ ਜਿਸ ਨਾਲ ਸ਼ਾਇਦ ਆਪਾਂ ਸਾਰੇ ਹੀ ਆਪਣੇ ਸਕੂਲ ਦੇ ਦਿਨਾਂ ਵਿੱਚ ਪੜ੍ਹੇ ਹਾਂ। ਟੀਚਰ ਬਲੈਕਬੋਰਡ ਤੇ ਕੋਈ ਥਿਊਰੀ ਸਮਝਾਉਂਦਾ ਹੈ ਅਤੇ ਫਿਰ ਆਪਣੀ ਮੇਜ਼ ਤੇ ਇੱਕ ਛੋਟਾ ਜਿਹਾ ਪ੍ਰਯੋਗ ਕਰਕੇ ਦਿਖਾਉਂਦਾ ਹੈ। ਇਹ ਭਾਰਤ ਦੇ ਸਕੂਲਾਂ ਵਿੱਚ ਬਹੁਤ ਵਰਤੀ ਜਾਂਦੀ ਹੈ, ਖਾਸ ਕਰਕੇ ਜਿੱਥੇ ਸਾਧਨਾਂ ਦੀ ਕਮੀ ਹੋਵੇ। ਤਾਂ ਆਓ ਇਸ ਵਿਧੀ ਦੇ ਫਾਇਦੇ ਤੇ ਨੁਕਸਾਨ ਦੇਖੀਏ। ਇਸ ਦੇ ਫਾਇਦੇ ਬਹੁਤ ਪ੍ਰੈਕਟੀਕਲ ਨੇ। ਇਹ ਪੈਸੇ ਅਤੇ ਸਮਾਂ ਦੋਵੇਂ ਬਚਾਉਂਦੀ ਹੈ ਤੇ ਸਭ ਤੋਂ ਵੱਡਾ ਫਾਇਦਾ ਹੈ ਸੁਰੱਖਿਆ। ਪਰ ਹੁਣ ਜੇ ਆਪਾਂ ਸਿੱਕੇ ਦਾ ਦੂਜਾ ਪਾਸਾ ਦੇਖੀਏ ਤਾਂ ਸਭ ਤੋਂ ਵੱਡੀ ਕਮੀ ਕੀ ਹੈ? ਉਹ ਹੈ ਸਿੱਖਿਆ ਦਾ ਸਭ ਤੋਂ ਵੱਡਾ ਅਸੂਲ ਕਰਕੇ ਸਿੱਖਣਾ, ਜਿਸ ਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ ਲਰਨਿੰਗ ਬਾਈ ਡੂਇੰਗ। ਉਹ ਇੱਥੇ ਗਾਇਬ ਹੋ ਜਾਂਦਾ ਹੈ। ਵਿਦਿਆਰਥੀ ਇੱਕ ਸਰਗਰਮ ਖੋਜੀ ਦੀ ਬਜਾਏ ਇੱਕ ਚੁੱਪਚਾਪ ਬੈਠਾ ਦਰਸ਼ਕ ਬਣ ਕੇ ਰਹਿ ਜਾਂਦਾ ਹੈ, ਜਿਸ ਨਾਲ ਡੂੰਘੀ ਸਮਝ ਪੈਦਾ ਨਹੀਂ ਹੋ ਪਾਉਂਦੀ। ਹੁਣ ਆਪਾਂ ਥੋੜਾ ਗੇਅਰ ਬਦਲਦੇ ਹਾਂ। ਟੀਚਰ ਸੈਂਟਰਡ ਤੋਂ ਹੁਣ ਆਪਾਂ ਚਾਈਲਡ ਸੈਂਟਰਡ ਵਿਧੀਆਂ ਵੱਲ ਵਧਦੇ ਹਾਂ। ਇਹ ਉਹ ਤਰੀਕੇ ਨੇ ਜਿੱਥੇ ਟੀਚਰ ਥੋੜਾ ਪਿੱਛੇ ਹਟ ਜਾਂਦਾ ਹੈ ਅਤੇ ਬੱਚੇ ਨੂੰ ਇੱਕ ਛੋਟੇ ਵਿਗਿਆਨੀ ਵਾਂਗ ਖੁਦ ਖੋਜ ਕਰਨ ਦਾ ਮੌਕਾ ਦਿੰਦਾ ਹੈ। ਹੁਣ ਗੱਲ ਕਰਦੇ ਹਾਂ ਉਸ ਵਿਧੀ ਦੀ ਜਿਸ ਦੇ ਇਮਤਿਹਾਨ ਵਿੱਚ ਅਕਸਰ ਸਵਾਲ ਬਣਦੇ ਨੇ, ਹਿਊਰਿਸਟਿਕ ਵਿਧੀ, ਇੰਗਲਿਸ਼ ਵਿੱਚ ਹਿਊਰਿਸਟਿਕ ਮੈਥਡ। ਇਸ ਦੇ ਜਨਕ H.E. ਆਰਮਸਟ੍ਰੌਂਗ ਸਨ ਤੇ ਇਸ ਦਾ ਨਾਮ
ਯੂਨਾਨੀ ਸ਼ਬਦ ਯੂਰਿਸਕੋ ਤੋਂ ਆਇਆ ਹੈ, ਜਿਸ ਦਾ ਮਤਲਬ ਹੈ ਮੈਂ ਖੋਜਦਾ ਹਾਂ। ਇਸ ਵਿਧੀ ਦਾ ਪੂਰਾ ਫਲਸਫਾ ਇਸ ਦੇ ਨਾਮ ਵਿੱਚ ਹੀ ਹੈ। ਇਸ ਦਾ ਮਕਸਦ ਬੱਚੇ ਨੂੰ ਜਵਾਬ ਦੇਣਾ ਨਹੀਂ, ਬਲਕਿ ਉਸ ਨੂੰ ਇੱਕ ਛੋਟਾ ਖੋਜਕਰਤਾ ਬਣਾਉਣਾ ਹੈ। ਟੀਚਰ ਸਿਰਫ ਇੱਕ ਸਮੱਸਿਆ ਸਾਹਮਣੇ ਰੱਖਦਾ ਹੈ ਤੇ ਫਿਰ ਚੁੱਪ ਹੋ ਜਾਂਦਾ ਹੈ, ਤਾਂ ਕਿ ਬੱਚੇ ਦਾ ਦਿਮਾਗ ਖੁਦ ਕੰਮ ਕਰਨਾ ਸ਼ੁਰੂ ਕਰੇ। ਇਸ ਦੇ ਫਾਇਦੇ ਬਹੁਤ ਡੂੰਘੇ ਨੇ। ਇਹ ਸਿਰਫ ਜਾਣਕਾਰੀ ਨਹੀਂ ਦਿੰਦੀ, ਸਗੋਂ ਬੱਚਿਆਂ ਵਿੱਚ ਵਿਗਿਆਨਕ ਸੋਚ, ਤਰਕ ਅਤੇ ਆਤਮ ਨਿਰਭਰਤਾ ਪੈਦਾ ਕਰਦੀ ਹੈ। ਤੇ ਸਭ ਤੋਂ ਵੱਡੀ ਗੱਲ, ਜਦੋਂ ਕੋਈ ਖੁਦ ਕੁਝ ਲੱਭਦਾ ਹੈ ਤਾਂ ਉਹ ਗਿਆਨ ਪੱਕਾ ਹੋ ਜਾਂਦਾ ਹੈ। ਪਰ ਇਸ ਦੇ ਕੁਝ ਪ੍ਰੈਕਟੀਕਲ ਨੁਕਸਾਨ ਵੀ ਨੇ। ਇਹ ਪ੍ਰਕਿਰਿਆ ਬਹੁਤ ਹੌਲੀ ਹੈ, ਜਿਸ ਕਰਕੇ ਸਮੇਂ ਸਿਰ ਸਿਲੇਬਸ ਪੂਰਾ ਕਰਨਾ ਲਗਭਗ ਨਾਮੁਮਕਿਨ ਹੋ ਜਾਂਦਾ ਹੈ। ਨਾਲ ਹੀ ਇਹ ਛੋਟੇ ਬੱਚਿਆਂ ਲਈ ਥੋੜੀ ਮੁਸ਼ਕਿਲ ਹੋ ਸਕਦੀ ਹੈ। ਅੱਛਾ, ਹੁਣ ਆਪਾਂ ਗੱਲ ਕਰਾਂਗੇ ਇੱਕ ਅਜਿਹੀ ਜੋੜੀ ਦੀ ਜੋ ਸਿਰਫ ਸਾਇੰਸ ਹੀ ਨਹੀਂ, ਮੈਥਸ ਦੀ ਪੈਡਾਗੋਜੀ ਲਈ ਵੀ ਰੀੜ੍ਹ ਦੀ ਹੱਡੀ ਹੈ। ਪਹਿਲੀ ਹੈ ਆਗਮਨ ਵਿਧੀ, ਜਿਸ ਨੂੰ ਇੰਗਲਿਸ਼ ਵਿੱਚ ਇੰਡਕਟਿਵ ਮੈਥਡ ਕਹਿੰਦੇ ਹਾਂ। ਇਸ ਦਾ ਅਸੂਲ ਹੈ ਵਿਸ਼ੇਸ਼ ਤੋਂ ਆਮ ਵੱਲ ਜਾਣਾ, ਯਾਨੀ ਟੀਚਰ ਪਹਿਲਾਂ ਕਈ ਵੱਖ-ਵੱਖ ਉਦਾਹਰਣ ਦਿੰਦਾ ਹੈ। ਜਿਵੇਂ ਟੀਚਰ ਲੋਹੇ, ਤਾਂਬੇ ਤੇ ਐਲੂਮੀਨੀਅਮ ਨੂੰ ਗਰਮ ਕਰਕੇ ਦਿਖਾਉਂਦਾ ਹੈ। ਬੱਚੇ ਦੇਖਦੇ ਨੇ ਕਿ ਇਹ ਸਾਰੇ ਫੈਲ ਰਹੇ ਨੇ। ਇਨ੍ਹਾਂ ਠੋਸ ਉਦਾਹਰਣਾਂ ਤੋਂ ਉਹ ਖੁਦ ਇੱਕ ਆਮ ਨਿਯਮ ਤੇ ਪਹੁੰਚਦੇ ਨੇ ਕਿ ਗਰਮੀ ਨਾਲ ਤਾਤਾਂ ਫੈਲਦੀਆਂ ਹਨ। ਇਸ ਲਈ ਇਹ ਗਿਆਤ ਤੋਂ ਅਗਿਆਤ ਵੱਲ ਜਾਂਦੀ ਹੈ ਅਤੇ ਕੋਈ ਵੀ ਨਵਾਂ ਕਨਸੈਪਟ ਸਿਖਾਉਣ ਲਈ ਇਹ ਸਭ ਤੋਂ ਵਧੀਆ ਵਿਧੀ ਮੰਨੀ ਜਾਂਦੀ ਹੈ। ਤੇ ਇਸ ਜੋੜੀ ਦੀ ਦੂਜੀ ਵਿਧੀ ਹੈ ਨਿਗਮਨ ਵਿਧੀ, ਯਾਨੀ ਡਿਡਕਟਿਵ ਮੈਥਡ, ਜੋ ਆਗਮਨ ਦੇ ਬਿਲਕੁਲ ਉਲਟ ਚੱਲਦੀ ਹੈ। ਇਹ ਆਮ ਤੋਂ ਵਿਸ਼ੇਸ਼ ਵੱਲ ਜਾਂਦੀ ਹੈ, ਯਾਨੀ ਟੀਚਰ ਪਹਿਲਾਂ ਹੀ ਨਿਯਮ ਜਾਂ ਫਾਰਮੂਲਾ ਦੱਸ ਦਿੰਦਾ ਹੈ ਤੇ ਫਿਰ ਬੱਚੇ ਉਸ ਨਿਯਮ ਨੂੰ ਵਰਤ ਕੇ ਵੱਖ-ਵੱਖ ਸਵਾਲ ਹੱਲ ਕਰਦੇ ਹਨ। ਇਮਤਿਹਾਨ ਲਈ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਭਾਵੇਂ ਇਹ ਤਰੀਕਾ ਪ੍ਰੈਕਟਿਸ ਤੇ ਰਿਵੀਜ਼ਨ ਲਈ ਤੇਜ਼ ਹੈ, ਪਰ ਇਹ ਰੱਟੇਬਾਜ਼ੀ ਨੂੰ ਵਧਾਵਾ ਦੇ ਸਕਦਾ ਹੈ, ਕਿਉਂਕਿ ਬੱਚੇ ਨਿਯਮ ਦੇ ਪਿੱਛੇ ਦੀ ਕਿਉਂ ਨੂੰ ਨਹੀਂ ਸਮਝ ਪਾਉਂਦੇ। ਆਪਣੀ ਟੂਲ ਕਿਟ ਦਾ ਅਗਲਾ ਔਜ਼ਾਰ ਹੈ ਪ੍ਰੋਜੈਕਟ ਵਿਧੀ, ਇੰਗਲਿਸ਼ ਵਿੱਚ ਪ੍ਰੋਜੈਕਟ ਮੈਥਡ। ਇਸ ਦੇ ਜਨਕ W.H. ਕਿਲਪੈਟ੍ਰਿਕ ਸਨ, ਜੋ ਮਸ਼ਹੂਰ ਸਿੱਖਿਆ ਸ਼ਾਸਤਰੀ ਜੌਨ ਡਿਊਈ ਦੇ ਚੇਲੇ ਸਨ। ਇਸ ਦੀ ਪਰਿਭਾਸ਼ਾ ਇਸ ਦੇ 3 ਮੁੱਖ ਤੱਤਾਂ ਨੂੰ ਦੱਸਦੀ ਹੈ। ਪਹਿਲਾ, ਇਹ ਇੱਕ ਪੂਰੇ ਦਿਲ ਨਾਲ ਯਾਨੀ ਹੋਲ ਹਾਰਟਡ ਐਕਟੀਵਿਟੀ ਹੋਣੀ ਚਾਹੀਦੀ ਹੈ। ਦੂਜਾ, ਇਸ ਦਾ ਇੱਕ ਸਾਫ਼ ਉਦੇਸ਼ ਯਾਨੀ ਪਰਪਸ ਹੋਣਾ ਚਾਹੀਦਾ ਹੈ। ਤੇ ਤੀਜਾ, ਇਹ ਇੱਕ ਸਮਾਜਿਕ ਮਾਹੌਲ ਵਿੱਚ ਹੋਣੀ ਚਾਹੀਦੀ ਹੈ, ਮਤਲਬ ਬੱਚੇ ਮਿਲ ਕੇ ਕੰਮ ਕਰਦੇ ਹਨ। ਇਮਤਿਹਾਨ ਦੇ ਨਜ਼ਰੀਏ ਤੋਂ ਇਸ ਵਿਧੀ ਦੇ 6 ਪੜਾਵਾਂ ਨੂੰ ਉਹਨਾਂ ਦੇ ਸਹੀ ਕ੍ਰਮ ਵਿੱਚ ਯਾਦ ਰੱਖਣਾ ਬਹੁਤ ਹੀ ਜ਼ਰੂਰੀ ਹੈ। ਪਹਿਲਾਂ, ਟੀਚਰ ਇੱਕ ਸਥਿਤੀ ਦਿੰਦਾ ਹੈ। ਫਿਰ ਬੱਚੇ ਪ੍ਰੋਜੈਕਟ ਚੁਣਦੇ ਨੇ ਤੇ ਉਸ ਦਾ ਮਕਸਦ ਤੈਅ ਕਰਦੇ ਨੇ। ਤੀਜਾ, ਉਹ ਮਿਲ ਕੇ ਪਲੈਨਿੰਗ ਕਰਦੇ ਨੇ। ਚੌਥਾ, ਉਸ ਪਲਾਨ ਤੇ ਕੰਮ ਕਰਦੇ ਨੇ। ਪੰਜਵਾਂ, ਆਪਣੇ ਕੰਮ ਦਾ ਮੁਲਾਂਕਣ ਕਰਦੇ ਨੇ ਤੇ ਅਖੀਰ ਵਿੱਚ ਸਾਰੀ ਪ੍ਰਕਿਰਿਆ ਨੂੰ ਰਿਕਾਰਡ ਕਰਦੇ ਨੇ। ਤਾਂ ਫਿਰ ਇਸ ਵਿਧੀ ਦੀ ਸਭ ਤੋਂ ਖਾਸ ਗੱਲ ਕੀ ਹੈ? ਇਸ ਦਾ ਸਭ ਤੋਂ ਵੱਡਾ ਤੇ ਵਿਲੱਖਣ ਫਾਇਦਾ ਹੈ ਸਮਾਜਿਕ ਹੁਨਰਾਂ ਦਾ ਵਿਕਾਸ। ਜਦੋਂ ਬੱਚੇ ਇੱਕ ਟੀਮ ਵਿੱਚ ਕੰਮ ਕਰਦੇ ਨੇ ਤਾਂ ਉਹ ਸਹਿਯੋਗ, ਟੀਮ ਵਰਕ ਅਤੇ ਲੀਡਰਸ਼ਿਪ ਵਰਗੇ ਜ਼ਰੂਰੀ ਜੀਵਨ ਹੁਨਰ ਸਿੱਖਦੇ ਨੇ, ਜੋ ਕਿ ਸਿਰਫ ਕਿਤਾਬਾਂ ਪੜ੍ਹ ਕੇ ਨਹੀਂ ਸਿੱਖੇ ਜਾ ਸਕਦੇ। ਸਾਡੀ ਟੂਲ ਕਿਟ ਦਾ ਅਗਲਾ ਔਜ਼ਾਰ ਹੈ ਸਮੱਸਿਆ ਹੱਲ ਵਿਧੀ, ਇੰਗਲਿਸ਼ ਵਿੱਚ ਪ੍ਰੋਬਲਮ ਸੋਲਵਿੰਗ ਮੈਥਡ। ਇਹ ਵਿਧੀ ਬੱਚਿਆਂ ਨੂੰ ਇੱਕ ਅਸਲੀ ਵਿਗਿਆਨੀ ਵਾਂਗ ਸੋਚਣ ਲਈ ਟ੍ਰੇਨ ਕਰਦੀ ਹੈ। ਇਹ ਇੱਕ ਬੋਧਾਤਮਕ ਟਕਰਾਓ ਯਾਨੀ ਕੋਗਨੀਟਿਵ ਕੌਨਫਲਿਕਟ ਨਾਲ ਸ਼ੁਰੂ ਹੁੰਦੀ ਹੈ। ਮਤਲਬ ਬੱਚੇ ਦੇ ਸਾਹਮਣੇ ਇੱਕ ਅਜਿਹੀ ਸਮੱਸਿਆ ਰੱਖੀ ਜਾਂਦੀ ਹੈ ਜਿਸ ਦਾ ਜਵਾਬ ਉਸ ਨੂੰ ਤੁਰੰਤ ਨਹੀਂ ਪਤਾ ਹੁੰਦਾ ਤੇ ਉਸ ਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਦੇ ਪੜਾਅ ਬਿਲਕੁਲ ਉਹੀ ਨੇ ਜੋ ਇੱਕ ਵਿਗਿਆਨਕ ਵਿਧੀ ਯਾਨੀ ਸਾਇੰਟੀਫਿਕ ਮੈਥਡ ਦੇ ਹੁੰਦੇ ਨੇ। ਪਹਿਲਾ, ਸਮੱਸਿਆ ਨੂੰ ਪਹਿਚਾਨੋ, ਫਿਰ ਇੱਕ ਅਨੁਮਾਨ ਯਾਨੀ ਹਾਈਪੋਥੈਸਿਸ ਬਣਾਓ, ਉਸ ਅਨੁਮਾਨ ਨੂੰ ਪਰਖਣ ਲਈ ਡਾਟਾ ਇਕੱਠਾ ਕਰੋ, ਫਿਰ ਉਸ ਦਾ ਵਿਸ਼ਲੇਸ਼ਣ ਕਰੋ, ਸਿੱਟੇ ਕੱਢੋ ਅਤੇ ਅਖੀਰ ਵਿੱਚ ਇੱਕ ਆਮ ਨਿਯਮ ਬਣਾਓ। ਇਹ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਦੀ ਪੂਰੀ ਪ੍ਰਕਿਰਿਆ ਸਿਖਾਉਂਦੀ ਹੈ। ਤੇ ਹੁਣ ਆਉਂਦੀ ਹੈ ਉਹ ਵਿਧੀ ਜੋ ਕਰਕੇ ਸਿੱਖਣ ਦੇ ਅਸੂਲ ਦਾ ਸਭ ਤੋਂ ਸ਼ੁੱਧ ਰੂਪ ਹੈ, ਪ੍ਰਯੋਗਸ਼ਾਲਾ ਵਿਧੀ ਯਾਨੀ ਲੈਬੋਰੇਟਰੀ ਮੈਥਡ। ਇੱਥੇ ਬੱਚੇ ਸਿਰਫ ਦੇਖਦੇ ਨਹੀਂ, ਸਗੋਂ ਖੁਦ ਲੈਬ ਵਿੱਚ ਜਾ ਕੇ ਉਪਕਰਨਾਂ ਨੂੰ ਹੱਥ ਲਗਾ ਕੇ ਪ੍ਰਯੋਗ ਕਰਦੇ ਨੇ। ਇਹ ਇੱਕ ਇੰਦਰੀ ਆਧਾਰਿਤ ਯਾਨੀ ਸੈਂਸ ਬੇਸਡ ਵਿਧੀ ਹੈ, ਕਿਉਂਕਿ ਇਸ ਵਿੱਚ ਹੱਥ, ਅੱਖਾਂ ਅਤੇ ਦਿਮਾਗ ਤਿੰਨੋਂ ਇੱਕੋ ਸਮੇਂ ਕੰਮ ਕਰਦੇ ਨੇ, ਜਿਸ ਨਾਲ ਸਿੱਖਣਾ ਬਹੁਤ ਡੂੰਘਾ ਤੇ ਪੱਕਾ ਹੁੰਦਾ ਹੈ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ, ਜਦੋਂ ਬੱਚੇ ਖੁਦ ਪ੍ਰਯੋਗ ਕਰ ਰਹੇ ਹੋਣ ਤਾਂ ਇੱਕ ਚੀਜ਼ ਸਭ ਤੋਂ ਉੱਪਰ ਆਉਂਦੀ ਹੈ ਤੇ ਉਹ ਹੈ ਸੁਰੱਖਿਆ ਯਾਨੀ ਸੇਫਟੀ। ਇਹ ਇਸ ਵਿਧੀ ਦੀ ਪਹਿਲੀ ਤੇ ਸਭ ਤੋਂ ਜ਼ਰੂਰੀ ਸ਼ਰਤ ਹੈ। ਇਮਤਿਹਾਨ ਵਿੱਚ ਵੀ ਜਦੋਂ ਇਸ ਵਿਧੀ ਨਾਲ ਜੁੜਿਆ ਕੋਈ ਸਵਾਲ ਆਉਂਦਾ ਹੈ ਤਾਂ ਸੁਰੱਖਿਆ ਇੱਕ ਮੁੱਖ ਬਿੰਦੂ ਹੁੰਦਾ ਹੈ।
ਤਾਂ ਫਿਰ ਆਪਾਂ ਆਪਣੀ ਟੂਲ ਕਿਟ ਵਿੱਚ ਬਹੁਤ ਸਾਰੇ ਔਜ਼ਾਰ ਦੇਖ ਲਏ, ਲੈਕਚਰ, ਹਿਊਰਿਸਟਿਕ, ਪ੍ਰੋਜੈਕਟ ਤੇ ਹੋਰ ਵੀ। ਹੁਣ ਉਸ ਸਵਾਲ ਤੇ ਆਉਂਦੇ ਹਾਂ ਜੋ ਹਰ ਸਿੱਖਿਅਕ ਦੇ ਮਨ ਵਿੱਚ ਹੁੰਦਾ ਹੈ। ਜੇ ਸਾਨੂੰ ਇਹਨਾਂ ਸਾਰਿਆਂ ਵਿੱਚੋਂ ਸਿਰਫ ਇੱਕ ਨੂੰ ਚੁਣਨਾ ਹੋਵੇ ਤਾਂ ਵਿਗਿਆਨ ਪੜ੍ਹਾਉਣ ਲਈ ਸਭ ਤੋਂ ਵਧੀਆ, ਦ ਸਿੰਗਲ ਬੈਸਟ ਮੈਥਡ ਕਿਹੜਾ ਹੈ? ਇਹ ਸਵਾਲ ਥੋੜਾ ਉਲਝਾਉਣ ਵਾਲਾ ਲੱਗ ਸਕਦਾ ਹੈ, ਪਰ ਇਸ ਦਾ ਜਵਾਬ ਬਹੁਤ ਸਪਸ਼ਟ ਹੈ ਜੇਕਰ ਆਪਾਂ ਸਹੀ ਨਜ਼ਰੀਏ ਨਾਲ ਸੋਚੀਏ। ਸੱਚ ਤਾਂ ਇਹ ਹੈ ਕਿ ਕੋਈ ਇੱਕ ਸਭ ਤੋਂ ਵਧੀਆ ਵਿਧੀ ਹੈ ਹੀ ਨਹੀਂ। ਅਸਲ ਵਿੱਚ ਇੱਕ ਮਾਹਿਰ ਕਾਰੀਗਰ ਵਾਂਗ ਇੱਕ ਚੰਗੇ ਟੀਚਰ ਨੂੰ ਇੱਕ ਮਿਸ਼ਰਿਤ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ, ਜਿਸ ਨੂੰ ਇੰਗਲਿਸ਼ ਵਿੱਚ ਇਕਲੈਕਟਿਕ ਅਪਰੋਚ ਕਹਿੰਦੇ ਨੇ। ਇਸ ਦਾ ਮਤਲਬ ਹੈ ਹਾਲਾਤ ਦੇ ਹਿਸਾਬ ਨਾਲ ਸਹੀ ਔਜ਼ਾਰ ਦੀ ਵਰਤੋਂ ਕਰਨਾ, ਕਦੇ ਲੈਕਚਰ, ਕਦੇ ਪ੍ਰੋਜੈਕਟ ਤੇ ਕਦੇ ਖੋਜ। ਇੱਕ ਚੰਗਾ ਸਿੱਖਿਅਕ ਜਾਣਦਾ ਹੈ ਕਿ ਕਦੋਂ ਕਿਹੜਾ ਤਰੀਕਾ ਵਰਤਣਾ ਹੈ। ਪਰ ਹੁਣ ਸਭ ਤੋਂ ਮਹੱਤਵਪੂਰਨ ਗੱਲ ਇਮਤਿਹਾਨ ਲਈ। ਜੇਕਰ ਇਮਤਿਹਾਨ ਵਿੱਚ ਸਵਾਲ ਆਉਂਦਾ ਹੈ ਅਤੇ ਇੱਕ ਵਿਕਲਪ ਚੁਣਨਾ ਪੈਂਦਾ ਹੈ ਤਾਂ ਯਾਦ ਰੱਖੋ, ਵਿਗਿਆਨ ਦੀ ਸਿੱਖਿਆ ਲਈ ਸਿਧਾਂਤਕ ਤੌਰ ਤੇ ਸਭ ਤੋਂ ਢੁਕਵੀਂ ਪਹੁੰਚ ਹੈ ਏਕੀਕ੍ਰਿਤ ਅਤੇ ਬਾਲ ਕੇਂਦਰਿਤ ਪਹੁੰਚ, ਯਾਨੀ ਇੰਟੀਗ੍ਰੇਟਿਡ ਐਂਡ ਚਾਈਲਡ ਸੈਂਟਰਡ ਅਪਰੋਚ। ਇਹ ਇਸ ਲਈ ਹੈ ਕਿਉਂਕਿ ਇਹ ਪਹੁੰਚ ਮੰਨਦੀ ਹੈ ਕਿ ਬੱਚਾ ਸਿੱਖਣ ਦੀ ਪ੍ਰਕਿਰਿਆ ਦਾ ਕੇਂਦਰ ਹੈ ਅਤੇ ਉਹ ਆਪਣੇ ਗਿਆਨ ਦਾ ਨਿਰਮਾਣ ਖੁਦ ਕਰਦਾ ਹੈ। ਆਪਣੀ ਇਸ ਚਰਚਾ ਦੇ ਅੰਤ ਵਿੱਚ ਆਓ ਇੱਕ ਨਜ਼ਰ ਭਵਿੱਖ ਵੱਲ ਮਾਰੀਏ ਅਤੇ ਦੇਖੀਏ ਕਿ ਇਹ ਸਿਧਾਂਤ ਆਉਣ ਵਾਲੇ ਸਮੇਂ ਵਿੱਚ ਕਿਵੇਂ ਬਦਲ ਸਕਦੇ ਨੇ। ਅਸੀਂ ਇੱਕ ਸਵਾਲ ਦੇ ਨਾਲ ਤੁਹਾਨੂੰ ਛੱਡ ਰਹੇ ਹਾਂ ਜਿਸ ਬਾਰੇ ਜ਼ਰੂਰ ਸੋਚਣਾ। ਅੱਜ ਦੇ ਤਕਨਾਲੋਜੀ ਦੇ ਯੁੱਗ ਵਿੱਚ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵਰਚੁਅਲ ਲੈਬਾਂ ਇਹਨਾਂ ਰਵਾਇਤੀ ਤਰੀਕਿਆਂ ਦੀਆਂ ਕਮੀਆਂ, ਜਿਵੇਂ ਕਿ ਸਾਧਨਾਂ ਦੀ ਘਾਟ ਜਾਂ ਸੁਰੱਖਿਆ ਦੇ ਮੁੱਦਿਆਂ ਨੂੰ ਦੂਰ ਕਰ ਸਕਦੀਆਂ ਹਨ? ਕੀ ਇੱਕ ਵਰਚੁਅਲ ਲੈਬ ਉਹਨਾਂ ਸਕੂਲਾਂ ਵਿੱਚ ਅਸਲ ਲੈਬ ਦਾ ਅਨੁਭਵ ਦੇ ਸਕਦੀ ਹੈ ਜਿੱਥੇ ਇਹ ਸਹੂਲਤਾਂ ਨਹੀਂ ਹਨ? ਚਲੋ ਇਸ ਸਾਰੀ ਗੱਲਬਾਤ ਦੇ ਤੱਤ ਨੂੰ ਸਮੇਟ ਲਈਏ। ਯਾਦ ਰੱਖੋ, ਕੀ ਪੜਾਉਣਾ ਹੈ ਇਸ ਤੋਂ ਕਿਤੇ ਵੱਧ ਜ਼ਰੂਰੀ ਹੈ ਕਿਵੇਂ ਪੜਾਉਣਾ ਹੈ। ਸਾਡੀ ਟੂਲ ਕਿਟ ਵਿੱਚ ਦੋ ਤਰ੍ਹਾਂ ਦੇ ਔਜ਼ਾਰ ਨੇ, ਅਧਿਆਪਕ ਕੇਂਦਰਿਤ ਅਤੇ ਬਾਲ ਕੇਂਦਰਿਤ। ਕੋਈ ਇੱਕ ਔਜ਼ਾਰ ਹਰ ਕੰਮ ਲਈ ਨਹੀਂ ਬਣਿਆ। ਇੱਕ ਮਾਹਿਰ ਸਿੱਖਿਅਕ ਸਾਰਿਆਂ ਦੀ ਵਰਤੋਂ ਕਰਨਾ ਜਾਣਦਾ ਹੈ, ਜਿਸ ਨੂੰ ਆਪਾਂ ਇਕਲੈਕਟਿਕ ਅਪਰੋਚ ਕਿਹਾ। ਪਰ ਜਦੋਂ ਗੱਲ ਇਮਤਿਹਾਨ ਦੀ ਆਉਂਦੀ ਹੈ ਤਾਂ ਜਵਾਬ ਸਾਫ਼ ਹੋਣਾ ਚਾਹੀਦਾ ਹੈ। ਸਿੱਖਿਆ ਦੀ ਆਤਮਾ ਏਕੀਕ੍ਰਿਤ ਅਤੇ ਬਾਲ ਕੇਂਦਰਿਤ ਪਹੁੰਚ, ਯਾਨੀ ਇੰਟੀਗ੍ਰੇਟਿਡ ਐਂਡ ਚਾਈਲਡ ਸੈਂਟਰਡ ਅਪਰੋਚ ਵਿੱਚ ਵਸਦੀ ਹੈ, ਕਿਉਂਕਿ ਆਖੀਰ ਵਿੱਚ ਸਾਡਾ ਕੰਮ ਸਿਰਫ ਪੜਾਉਣਾ ਨਹੀਂ, ਸਗੋਂ ਸਿੱਖਣ ਦੀ ਚਿੰਗਾਰੀ ਨੂੰ ਜਗਾਉਣਾ ਹੈ।